ਜੋ ਕੁਝ ਮੱਧ ਪ੍ਰਦੇਸ਼ ਦੇ ਵਿੱਚ ਕਿਸਾਨਾਂ ਦੇ ਨਾਲ ਬੀਜੇਪੀ ਦੀ ਸਰਕਾਰ ਨੇ ਕੀਤਾ ਹੈ, ਕਿਸਾਨ ਕਰਜ਼ਾ ਮਾਫੀ ਦੀ ਗੱਲ ਕਰੀ ਜਾਂਦੇ ਸੀ ਤੇ ਉੱਥੇ 6 ਕਿਸਾਨਾਂ ਦੇ ਉੱਤੇ ਇਸ ਬੀਜੇਪੀ ਸਰਕਾਰ ਨੇ ਗੋਲੀਆਂ ਚਲਾ ਕੇ 6 ਕਿਸਾਨ ਸ਼ਹੀਦ ਕੀਤੇ ਹੈ। ਮੈਂ ਸਮਝਦਾ ਹਾਂ ਕਿ ਬਹੁਤ ਹੀ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਬੜਾ ਕਲੰਕ ਭਰਿਆ ਇੱਕ ਕਾਲਾ ਦਿਨ ਹੈ, ਜਦੋਂ ਕਿਸਾਨਾਂ ਨੂੰ ਆਪਣੀ ਜੋ ਆਪਣੇ ਫਸਲਾਂ ਦੀ ਵਾਜਬ ਕੀਮਤ ਮੰਗ ਰਹੇ ਸੀਗੇ, ਉਹਨਾਂ ਦੇ ਉੱਤੇ ਜਨਰਲ ਡਾਇਰ ਵਾਂਗੂ ਗੋਲੀਆਂ ਚਲਾ ਕੇ 6 ਕਿਸਾਨ ਸ਼ਹੀਦ ਕੀਤੇ ਗਏ ਹੈ। ਉਸ ਗੱਲ ਦਾ ਅਸੀਂ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਤੇ ਮੈਂ ਸਮਝਦਾ ਵੀ ਜਿੱਥੇ ਪ੍ਰਧਾਨ ਮੰਤਰੀ ਜੀ ਨੂੰ ਸ਼ਿਵਰਾਜ ਚੌਹਾਨ ਜੀ ਦਾ ਅਸਤੀਫਾ ਲੈਣਾ ਚਾਹੀਦਾ ਹੈ, ਉੱਥੇ ਨਾਲ ਬੀਜੇਪੀ ਦੇ ਅਮਿਤ ਸ਼ਾਹ ਜੀ ਤੋਂ ਫਰਜ਼ ਬਣਦਾ ਹੈ ਵੀ ਹਿੰਦੁਸਤਾਨ ਦੇ ਕਿਸਾਨਾਂ ਤੋਂ ਤੇ ਖਾਸ ਕਰਕੇ ਮੱਧ ਪ੍ਰਦੇਸ਼ ਦੇ ਕਿਸਾਨਾਂ ਤੋਂ ਮਾਫੀ ਮੰਗਣ। ਜਿਹੜੇ ਲੋਕ ਪੰਜਾਬ ਦੇ ਅੰਦਰ ਅੱਜ ਕਾਂਗਰਸ ਪਾਰਟੀ ਨੂੰ ਯਾਦ ਕਰਵਾ ਰਹੇ ਹੈ ਵੀ ਕਰਜ਼ਾ ਮਾਫੀ ਇੰਪਲੀਮੈਂਟ ਕਰੋ, ਛੇਤੀ ਜਿਹੜੇ ਵਾਅਦੇ ਪੂਰੇ ਕਰੋ, ਉਹ ਅੱਜ ਚੁੱਪ ਕਿਉਂ ਹੈ? ਅੱਜ ਕਿਉਂ ਨਹੀਂ ਆਵਾਜ਼ ਇੱਥੋਂ ਉੱਠ ਰਹੀ ਪੰਜਾਬ 'ਚੋਂ ਜਾ ਕੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਇੱਕ ਨਵੀਂ ਲੀਹ ਪਾਈ ਹੈ ਤੇ ਜਿਨ੍ਹਾਂ ਨੇ ਪੰਜਾਬ ਦੇ ਐਡੇ ਮਾੜੇ ਮੰਦੇ ਆਰਥਿਕ ਹਾਲਾਤ ਹੋਣ ਦੇ ਬਾਵਜੂਦ ਇੱਕ ਸੰਕਲਪ ਲਿਆ ਵੀ ਮੇਰੀ ਸਰਕਾਰ ਜਦੋਂ ਬਣੂਗੀ ਕਾਂਗਰਸ ਦੀ, ਮੈਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰੂੰਗਾ। ਉਹਨਾਂ ਨੂੰ ਸ਼ਾਬਾਸ਼ੀ ਦੇਣ ਦੇ ਬਜਾਏ ਅੱਜ ਜਿਹੜੇ ਲੋਕ ਚੁੱਪ ਕਰਕੇ ਬੈਠੇ, ਉਹਨਾਂ ਨੂੰ ਚਾਹੀਦਾ ਹੈ ਵੀ ਜਾ ਕੇ ਮੋਦੀ ਸਾਹਿਬ ਨੂੰ ਇਸ ਗੱਲ ਦਾ ਅਹਿਸਾਸ ਕਰਾਉਣ। ਤੇ ਮੇਰਾ ਮੰਨਣਾ ਹੈ ਵੀ ਆ ਜੋ ਕੁਝ ਹੋਇਆ ਕੱਲ੍ਹ ਮੱਧ ਪ੍ਰਦੇਸ਼ ਦੇ ਅੰਦਰ, ਉਹ ਬੀਜੇਪੀ ਦਾ ਕਿਸਾਨ ਵਿਰੋਧੀ ਚਿਹਰਾ ਖੁੱਲ੍ਹ ਕੇ ਸਾਹਮਣੇ ਆ ਗਿਆ। ਕਿੱਥੇ ਤਾਂ ਗੱਲ ਕਰਦੇ ਸੀ ਵੀ ਕਿਸਾਨਾਂ ਦੀ ਆਮਦਨ 2022 ਦੇ ਵਿੱਚ ਦੁੱਗਣੀ ਕਰ ਦਿਆਂਗੇ, ਕਿੱਥੇ ਅੱਜ ਕਿਸਾਨਾਂ ਨੂੰ ਫਸਲ ਦੀ ਕੀਮਤ ਮਿਲਣ ਦੀ ਬਜਾਏ ਗੋਲੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਹੀ ਮੰਦਭਾਗਾ ਇੱਕ ਦਿਨ ਮੈਂ ਸਮਝਦਾ ਮੈਂ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਹੋਇਆ। ਤਿਆਰੀਆਂ ਸਭ ਦੇਖੋ, ਆ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਪੰਜਾਬ ਕਾਂਗਰਸ ਪਾਰਟੀ ਦੀ, ਸਾਡੇ ਕਾਂਗਰਸ ਦੇ ਅਧਿਕਸ਼ਾ ਸੋਨੀਆ ਜੀ ਨੇ, ਰਾਹੁਲ ਗਾਂਧੀ ਜੀ ਨੇ ਤੇ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਨੇ ਇੱਕ ਜ਼ਿੰਮੇਵਾਰੀ ਪੰਜਾਬ ਕਾਂਗਰਸ ਦੀ ਜਿਹੜੀ ਸੌਂਪੀ ਹੈ। ਉਸ ਸਿਲਸਿਲੇ ਦੇ ਵਿੱਚ ਸਾਡੇ ਸਾਰੇ ਸਾਥੀਆਂ ਨਾਲ ਮਿਲ ਕੇ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਜੋ ਬਜਟ ਸੈਸ਼ਨ ਆ ਰਿਹਾ ਉਹਦੇ ਵਿੱਚ ਅਦਰਵਾਈਜ਼ ਪੰਜਾਬ ਦੇ ਜਿਹੜੇ ਮੁੱਢਲੇ ਮੁੱਦੇ ਆ ਜਿਨ੍ਹਾਂ ਨੂੰ ਲੈ ਕੇ ਲੋਕਾਂ ਨੇ ਵਿਸ਼ਵਾਸ ਦਿੱਤਾ ਕਾਂਗਰਸ ਪਾਰਟੀ ਨੂੰ, ਉਹਨਾਂ ਮੁੱਦਿਆਂ ਦੇ ਉੱਤੇ ਚਰਚਾ ਕਰਕੇ ਕਿਸ ਤਰ੍ਹਾਂ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਸਰਕਾਰ ਦੇ ਮਿਲ ਕੇ ਨਾਲ ਕੀਤਾ ਜਾਵੇ, ਉਸ ਸਿਲਸਿਲੇ ਦੇ ਵਿੱਚ ਆ ਇੱਕ ਮੀਟਿੰਗ ਅੱਜ ਸਾਡੇ ਕਾਂਗਰਸ ਦੇ ਜਿੰਨੇ ਵਾਈਸ ਪ੍ਰੈਜ਼ੀਡੈਂਟਸ ਹੈ ਉਹਨਾਂ ਦੇ ਨਾਲ ਕੀਤੀ ਜਾ ਰਹੀ ਹੈ। ਕਿਸਾਨਾਂ ਦੀ ਗੱਲ ਕੀਤੀ, ਉਹਨੇ ਬਜਟ ਸੈਸ਼ਨ ਦੀ ਵੀ ਗੱਲ ਕੀਤੀ, ਕੀ ਮੰਨਿਆ ਜਾਵੇ ਕਿ ਇਸ ਬਜਟ ਸੈਸ਼ਨ 'ਚ ਕਿਸਾਨਾਂ ਨੂੰ ਕੋਈ ਵੱਡੀ ਰਾਹਤ ਦਿੱਤੀ ਜਾ ਸਕਦੀ? ਬਹੁਤ ਜੋ ਦੇਖੋ ਕੈਪਟਨ ਅਮਰਿੰਦਰ ਸਿੰਘ ਜੀ ਦਾ ਤੇ ਕਾਂਗਰਸ ਪਾਰਟੀ ਦਾ ਜੋ ਵਾਅਦੇ ਕੀਤੇ ਆ ਉਹ ਸਾਰੇ ਉਹਨਾਂ ਦੇ ਉੱਤੇ ਪੂਰੇ ਕੀਤੇ ਜਾਣਗੇ ਤੇ ਕਿਸਾਨਾਂ ਦੇ ਨਾਲ ਜੋ ਪ੍ਰੋਮਿਸ ਕੀਤੇ ਗਏ ਹੈ, ਕਿਸਾਨਾਂ ਨੂੰ ਵਾਪਸ ਬਿਹਤਰ ਜ਼ਿੰਦਗੀ ਮੁਹੱਈਆ ਕਰਾਉਣ ਵਾਸਤੇ, ਕਰਜ਼ੇ ਮਾਫੀ ਤੋਂ ਲੈ ਕੇ ਉਹਨਾਂ ਨੂੰ ਆਪਣੇ ਪੈਰਾਂ 'ਤੇ ਖੜੇ ਕਰਨ ਵਾਸਤੇ ਹਰੇਕ ਸੰਭਵ ਜਿਹੜਾ ਕਦਮ ਹੈ ਉਹਦੇ ਵਾਸਤੇ ਮੇਰਾ ਫਿਰ ਬੇਨਤੀ ਹੈ ਬਜਟ ਸੈਸ਼ਨ ਦਾ ਇੰਤਜ਼ਾਰ ਕਰੋ। ਕੈਪਟਨ ਸਾਹਿਬ ਨੇ ਜੋ ਗੱਲ ਕਹੀ ਹੈ ਉਹ ਸਿਰੇ ਚੜੂ। ਕੈਪਟਨ ਸਾਹਿਬ ਹਰਿਆਣਾ ਦੇ ਮੰਤਰੀ ਨੀਲ ਵਿਜ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਸਟੇਟਮੈਂਟ ਦਿੱਤੀ ਹੈਗੀ ਕਿ ਜੇ ਇਸ ਵੇਲੇ ਦਾ ਫੈਸਲਾ ਪੰਜਾਬ ਦੇ ਅਗੇਂਸਟ ਆ ਗਿਆ ਤੇ ਬਹੁਤ ਹਾਲਾਤ ਖਰਾਬ ਹੋ ਜਾਣਗੇ। ਤੇ ਜੀ ਸਾਹਿਬ ਕਹਿ ਰਹੇ ਹੈਗੇ ਨੇ ਕਿ ਜੇ ਇਸ ਵੇਲੇ ਦਾ ਮਸਲਾ ਹੀ ਹੱਲ ਹੋ ਗਿਆ ਤੇ ਨਾ ਇਸ ਵੇਲੇ ਰਹਿਣੀ ਨਾ ਕੈਪਟਨ ਸਾਹਿਬ ਰਹਿਣਾ। ਦੇਖੋ ਇੱਕ ਜ਼ਿੰਮੇਵਾਰ ਵਿਅਕਤੀ ਨੂੰ ਬੜਾ ਸੋਚ ਸਮਝ ਕੇ ਵਿਜ ਸਾਹਿਬ ਮੰਤਰੀ ਹੈ ਤੇ ਬੀਜੇਪੀ ਇੱਕ ਅੱਜ ਨੈਸ਼ਨਲ ਪਾਰਟੀ ਹੈ, ਉਹ ਇੱਕ ਸਿਰਫ ਕਿਤੇ ਆਪੋਜੀਸ਼ਨ ਦਾ ਰੋਲ ਨਹੀਂ ਨਿਭਾ ਰਹੀ। ਨੈਸ਼ਨਲ ਪਾਰਟੀ ਦੇ ਤੌਰ ਤੇ ਬਹੁਤ ਪਹਿਲ ਕਦਮ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਜੋ ਕੰਮ ਪਿਛਲੀ ਪੰਜਾਬ ਸਰਕਾਰ ਨੂੰ ਬਾਦਲ ਸਾਹਿਬ ਨੂੰ ਕਰਨਾ ਚਾਹੀਦਾ ਸੀਗਾ ਪ੍ਰਧਾਨ ਮੰਤਰੀ ਕੋਲ ਗਏ, ਕਿਉਂਕਿ ਇਹ ਮੁੱਦਾ ਇਕੱਲੇ ਪੰਜਾਬ ਦਾ ਨਹੀਂ, ਉਹ ਹਿੰਦੁਸਤਾਨ ਦਾ ਮੁੱਦਾ ਹੈ। ਆਹ ਇਹ ਗੱਲ ਕੈਪਟਨ ਸਾਹਿਬ ਨੇ ਕਹੀ ਹੈ ਤੇ ਮੈਂ ਸਮਝਦਾ ਮੈਂ ਵਿਜ ਸਾਹਿਬ ਵੀ ਇਸ ਮਸਲੇ ਦੀ ਨਜ਼ਾਕਤ ਨੂੰ ਸਮਝਣ, ਰਾਜਨੀਤਿਕ ਰੋਟੀਆਂ ਨਾ ਸੇਕਣ। ਆ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਮੁੱਦਾ ਹੈ, ਉਹਨੂੰ ਧਿਆਨ 'ਚ ਰੱਖ ਕੇ ਜਿਹੜਾ ਫਰਾਖ ਦਿੱਲੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਦਿਖਾਈ ਹੈ ਮੋਦੀ ਸਾਹਿਬ ਕੋਲ ਜਾ ਕੇ, ਜੋ ਕੰਮ ਬਾਦਲ ਸਾਹਿਬ ਨਹੀਂ ਕਰ ਸਕੇ, ਜੋ ਬੀਜੇਪੀ ਵਾਲੇ ਨਹੀਂ ਕਰ ਸਕੇ, ਉਹਨਾਂ ਨੇ ਆਪਣੇ ਕਿਸਾਨਾਂ ਵਾਸਤੇ ਰਾਜਨੀਤਿਕ ਹੱਦਾਂ ਪਾਰ ਕਰਕੇ ਉਹਨਾਂ ਕੋਲ ਗਏ ਹੈ। ਤੇ ਹੁਣ ਮੈਂ ਸਮਝਦਾ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇੱਕ ਸਟੇਟਸਮੈਨ ਦੇ ਤੌਰ ਤੇ ਕੰਮ ਕਰਕੇ ਜਿਹੜਾ ਹਿੰਦੁਸਤਾਨ ਦੀ ਸੋਚਣ, ਹਿੰਦੁਸਤਾਨ ਦੇ ਕਿਸਾਨ ਦੀ ਸੋਚਣ, ਹਰਿਆਣਾ 'ਚ ਆਪਣੀ ਰਾਜਨੀਤਿਕ ਹੋਂਦ ਬਣਾਉਣ ਦੀ ਕੋਸ਼ਿਸ਼ ਨਾ ਕਰਨ। ਥੈਂਕ ਯੂ।